ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ। ਸਵਾਗਤ ਹੈ ਮੇਰੇ ਚੈਨਲ ਲਰਨ ਪੰਜਾਬੀ ਵਿਦ ਮੋਹਿਤਾ ਵਿੱਚ। ਕੱਲ 12ਵੀਂ ਕਲਾਸ ਦਾ ਪੰਜਾਬੀ ਦਾ ਹਰਿਆਣਾ ਬੋਰਡ ਦਾ ਪੇਪਰ ਹੈ। ਪਹਿਲਾਂ ਤਾਂ ਸਾਰਿਆਂ ਨੂੰ ਆਲ ਦਾ ਬੈਸਟ ਵਿਸ਼ੇਸ ਮੇਰੇ ਵੱਲੋਂ। ਇੱਕ ਗੱਲ ਮੈਂ ਜ਼ਰੂਰ ਹੋਰ ਕਹਾਂਗੀ, ਮੈਂ ਚੈਪਟਰ ਪਹਿਲਾਂ ਬਾਅਦ 'ਚ ਪੜ੍ਹਾਉਂਗੀ, ਪਹਿਲਾਂ ਇਹ ਗੱਲ ਕਹੂੰਗੀ ਕਿ ਮੈਨੂੰ ਫੀਡਬੈਕ ਜ਼ਰੂਰ ਦਿਓ ਵੀ ਤੁਹਾਡਾ ਪੇਪਰ ਕਿਵੇਂ ਦਾ ਹੋਇਆ, ਤੁਹਾਨੂੰ ਮੇਰੇ ਪੜ੍ਹਾਈ ਦਾ ਕਿੰਨਾ ਕੁ ਫਾਇਦਾ ਹੋਇਆ ਵਾ। ਮੈਨੂੰ ਤੁਹਾਡੇ ਸਬਸਕ੍ਰਿਪਸ਼ਨ ਦੀ ਇੰਨੀ ਲੋੜ ਨਹੀਂ, ਕਿਉਂਕਿ ਮੈਂ ਕੋਈ ਇਹਦੇ 'ਚ ਮੋਨੀਟਰੀ ਗੇਨਸ ਨਹੀਂ ਕਰਦੀ ਪਈ ਵੀ ਮੈਨੂੰ ਕੋਈ ਪੈਸੇ ਨਹੀਂ ਕਮਾਉਣੇ। ਬਸ ਮੈਂ ਜਾਣਨਾ ਚਾਹੁੰਦੀ ਕਿ ਮੈਂ ਕਿੰਨੀ ਕੁ ਬੱਚਿਆਂ ਦੀ ਹੈਲਪ ਜਿਹੜੀ ਕਿ ਕਰ ਪਾ ਰਹੀ ਹਾਂ, ਕਿਉਂਕਿ ਮੈਂ ਆਪਣੀ ਪੜ੍ਹਾਈ ਦੇ ਦੌਰਾਨ ਜਿਹੜੀ ਹੈਲਪ ਮੈਨੂੰ ਨਹੀਂ ਮਿਲ ਸਕੀ, ਮੈਂ ਚਾਹੁੰਦੀ ਕਿ ਮੈਂ ਬੱਚਿਆਂ ਨੂੰ ਜਿੰਨੀ ਵੱਧ ਤੋਂ ਵੱਧ ਹੈਲਪ ਕਰ ਸਕਾਂ। ਮੈਨੂੰ ਸਿਰਫ ਫੀਡਬੈਕ ਤੁਹਾਡਾ ਜਿਹੜਾ ਮੈਟਰ ਕਰਦਾ ਵਾ। ਠੀਕ ਹੈ, ਸੋ ਅਸੀਂ ਚੈਪਟਰ ਪੜ੍ਹਾਂਗੇ ਸੱਭਿਅਤਾ ਦੇ ਦੋ ਪੱਧਰ। ਸੱਭਿਅਤਾ ਦੇ ਦੋ ਪੱਧਰ ਜਿਹੜਾ ਹੈ, ਪੰਜਾਬੀ ਦੇ ਪ੍ਰਸਿੱਧ ਵਾਰਤਾਕਾਰ ਹੋਏ ਹਨ ਗੁਰਬਖਸ਼ ਸਿੰਘ ਪ੍ਰੀਤਲੜੀ, ਉਹਨਾਂ ਦਾ ਲਿਖਿਆ ਹੋਇਆ ਹੈ। ਉਹਨਾਂ ਦੀ ਇੱਕ ਸਵੈ ਜੀਵਨੀ ਵਿੱਚੋਂ ਇੱਕ ਅੰਸ਼ ਲਿਆ ਹੋਇਆ ਹੈ। ਸੋ ਪਹਿਲਾ ਕੁਐਸਚਨ ਇਹਦੇ 'ਚੋਂ ਨਿਕਲ ਕੇ ਆ ਜਾਂਦਾ ਹੈ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਿਹੜੇ ਖੇਤਰ 'ਚ ਪ੍ਰਸਿੱਧੀ ਪ੍ਰਾਪਤ ਕਰੀ? ਵਾਰਤਕ ਵਿੱਚ ਕੀਤੀ। ਠੀਕ ਹੈ, ਸੋ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਆਪਣੀ ਸਵੈ ਜੀਵਨੀ ਦਾ ਇੱਕ ਅੰਸ਼ ਹੈ। ਇਹਦੇ ਵਿੱਚ ਉਹਨਾਂ ਨੇ ਇਸ ਦਾ ਜਿਹੜਾ ਮੁੱਖ ਵਿਸ਼ਾ ਉਹਨਾਂ ਦੀ ਯਾਤਰਾ, ਜਿਹੜਾ ਉਹਨਾਂ ਨੇ ਸਮੁੰਦਰੀ ਜਹਾਜ਼ ਰਾਹੀਂ ਯਾਤਰਾ ਕੀਤੀ ਐਨ ਆਰਬਰ ਯੂਨੀਵਰਸਿਟੀ ਵਿੱਚ ਪਹੁੰਚ ਕੇ ਉੱਥੋਂ ਉਹਨਾਂ ਦਾ ਐਕਸਪੀਰੀਅੰਸ ਰਿਹਾ ਵੀ। ਔਰ ਉਹਨਾਂ ਨੇ ਇਸ ਚੈਪਟਰ ਦਾ ਜਿਹੜਾ ਨਾਮ ਦਿੱਤਾ ਹੈ ਸੱਭਿਅਤਾ ਦੇ ਦੋ ਪੱਧਰ। ਸੱਭਿਅਤਾ ਹੁੰਦੀ ਕੀ ਹੈ? ਸਿਵਿਲਾਈਜੇਸ਼ਨ, ਸਮਾਜ ਦੇ ਜਿਹੜੇ ਨਿਯਮ ਬਣਾਏ ਹੁੰਦੇ ਹਨ, ਜਦੋਂ ਤੁਸੀਂ ਉਹਨਾਂ ਦੇ ਅਨੁਸਾਰ ਰਹਿੰਦੇ ਹੋ, ਆਪਣੇ ਕਲਚਰ ਦੇ ਅਕੋਰਡਿੰਗ ਰਹਿੰਦੇ ਹੋਣ। ਜਿਵੇਂ ਹੁਣ ਸਾਡੇ ਭਾਰਤੀਆਂ ਦਾ ਜਾਂ ਕਹਿ ਲਓ ਕਿ ਪੰਜਾਬੀਆਂ ਦਾ ਕਲਚਰ ਹੈ ਕਿ ਕੋਈ ਘਰ ਮਹਿਮਾਨ ਆਇਆ ਉਹਨੂੰ ਸਤਿ ਸ਼੍ਰੀ ਅਕਾਲ, ਨਮਸਤੇ, ਹੈਲੋ, ਜੀ ਆਇਆਂ ਨੂੰ, ਪੈਰੀ ਪੈਣਾ, ਜੋ ਵੀ ਤੁਸੀਂ ਕਰਦੇ ਹੋ, ਇਹ ਸਾਡੀ ਸੱਭਿਅਤਾ ਹੈ। ਸਾਡੀ ਸੱਭਿਅਤਾ ਹੈ ਕਿ ਅਸੀਂ ਆਪਣੇ ਮਹਿਮਾਨ ਨੂੰ ਜਿਹੜਾ ਕਿ ਰੱਬ ਮੰਨਦੇ ਹਾਂ, ਉਹਦੀ ਜੀ ਹਜ਼ੂਰੀ ਚੰਗੀ ਤਰ੍ਹਾਂ ਕਰਦੇ ਹਾਂ। ਠੀਕ ਹੈ, ਇਹ ਸਾਡੀ ਸੱਭਿਅਤਾ। ਪਰ ਅਸੀਂ ਜੇ ਸਪੋਜ਼ ਅਸੀਂ ਕਿਸੇ ਬਾਹਰਲੇ ਦੇਸ਼ ਵਿੱਚ ਚਲ ਜਾਂਦੇ ਹਾਂ, ਉੱਥੇ ਸਾਨੂੰ ਕੋਈ ਸਾਡਾ ਹਮ ਵਤਨ ਮਿਲ ਜਾਂਦਾ, ਅਸੀਂ ਕਿੰਨੇ ਖੁਸ਼ ਹੁੰਦੇ ਹਾਂ। ਠੀਕ ਹੈ, ਉਹੀ ਚੀਜ਼ ਉਹਨਾਂ ਨੇ ਇਸ ਚੈਪਟਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਜਦੋਂ ਬਾਹਰਲੇ ਮੁਲਕ 'ਚ ਗਏ, ਉੱਥੇ ਉਹਨਾਂ ਜਾ ਕੇ ਆਪਣੇ ਹਮ ਵਤਨਾਂ ਦਾ ਔਰ ਉੱਥੋਂ ਦੇ ਰਹਿੰਦੇ ਲੋਕਾਂ ਦੀ ਸੱਭਿਅਤਾ ਵਿੱਚ ਕੀ ਅੰਤਰ ਪਾਇਆ ਹੈ। ਉਹਨਾਂ ਨੇ ਉੱਥੋਂ ਦੇ ਲੋਕਾਂ ਦੇ ਹੀ ਦੋ ਸੱਭਿਅਤਾ ਦੇ ਅਲੱਗ-ਅਲੱਗ ਕੀ ਉਹਨਾਂ ਨੇ ਵੇਖਿਆ, ਉਸ ਬਾਰੇ ਦੇ ਵਿੱਚ ਦੱਸਿਆ ਗਿਆ ਹੈ ਸੱਭਿਅਤਾ ਦੇ ਦੋ ਪੱਧਰ। ਸੋ ਇਹ ਚੈਪਟਰ ਜਿਹੜਾ ਸੱਭਿਅਤਾ ਪੱਧਰ ਕੁਝ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ। ਲੇਖਕ ਕਹਿੰਦਾ ਕਿ ਮੈਂ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਨੂੰ ਜਾ ਰਿਹਾ ਸੀ। ਸਮੁੰਦਰੀ ਜਹਾਜ਼ ਵਿੱਚ ਜ਼ਿਆਦਾਤਰ ਜਿਹੜੀ ਸਵਾਰੀਆਂ ਸੀ ਯੂਰਪੀਅਨ ਸਨ, ਤੇ ਉਹ ਸਾਰੀਆਂ ਲੇਖਕ ਦਾ ਮਜ਼ਾਕ ਉਡਾ ਰਹੀਆਂ ਸਨ। ਲੇਖਕ ਦੀ ਪੱਗ, ਦਾੜੀ ਤੇ ਮੂੰਛਾਂ ਵੇਖ ਕੇ ਉਸਦਾ ਮਖੌਲ ਜਿਹਾ ਉਡਾ ਰਹੀਆਂ ਸਨ। ਫਿਰ ਲੇਖਕ ਅੱਗੇ ਦੱਸਦਾ ਹੈ ਕਿ 2 ਦਿਨ ਦੇ ਸਫ਼ਰ ਤੋਂ ਬਾਅਦ ਹੀ ਲਗਭਗ ਸਾਰੀਆਂ ਸਵਾਰੀਆਂ ਬਿਮਾਰ ਹੋ ਗਈਆਂ, ਕਿਸੇ ਨੂੰ ਉਲਟੀਆਂ ਆਉਣ ਲੱਗ ਪਈਆਂ, ਕਿਸੇ ਨੂੰ ਬੁਖਾਰ ਚੜ੍ਹ ਗਿਆ। ਪਰ ਲੇਖਕ ਕਹਿੰਦਾ ਲੇਖਕ ਨੂੰ ਛੱਡ ਕੇ ਤੇ ਕੁਝ ਹੋਰ ਸਵਾਰੀਆਂ ਨੂੰ ਛੱਡ ਕੇ ਉਹ ਠੀਕ ਠਾਕ ਸੀ। ਲੇਖਕ ਨੂੰ ਆਪਣਾ ਜਿਹੜਾ ਸਫ਼ਰ ਸੀ ਨਾ, ਬੜਾ ਉਦਾਸੀ ਭਰਿਆ ਲੱਗਦਾ ਪਿਆ ਸੀ, ਕਿਉਂਕਿ ਇੱਥੇ ਲੇਖਕ ਦੇ ਕੋਈ ਹਮ ਵਤਨ ਜਾਂ ਲੇਖਕ ਦੇ ਆਪਣੇ ਜਾਣ ਪਹਿਚਾਣ ਵਾਲੇ ਨਹੀਂ ਸਨ। ਲੇਖਕ ਕਹਿੰਦਾ ਕਿ ਕਦੀ ਕਦੀ ਮੈਂ ਆਪਣਾ ਆਪਣਾ ਮਨ ਪਰਚਾਵਾ ਕਰਨ ਲਈ ਜਿਹੜਾ ਸਮੁੰਦਰੀ ਜਹਾਜ਼ ਉਹਦੀ ਜਿਹੜੀ ਡੈਕ ਹੁੰਦੀ ਸਭ ਤੋਂ ਉੱਪਰ, ਉੱਥੇ ਖੜਾ ਹੋ ਜਾਂਦਾ, ਉੱਥੇ ਜਿਹੜੀ ਰੇਲਿੰਗ ਲੱਗੀ ਸੀ ਉਹਦੇ ਕੋਲ ਖੜਾ ਹੋ ਜਾਂਦਾ। ਲਾਗਿਓ ਕਿ ਜੇ ਕੋਈ ਜਹਾਜ਼ ਲੰਘਦਾ ਤੇ ਮੈਂ ਆਪਣਾ ਰੁਮਾਲ ਹਿਲਾ ਦਿੰਦਾ, ਤੇ ਉੱਧਰੋਂ ਦੂਜੇ ਪਾਸੇ ਵੀ ਦੂਸਰੇ ਜਹਾਜ਼ ਵਿੱਚ ਬੈਠਾ ਸਵਾਰੀ ਵੀ ਜਿਹੜੀ ਸੀ ਇਹਨੂੰ ਜਹਾਜ਼ ਜਿਹੜਾ ਆਪਣਾ ਰੁਮਾਲ ਜਿਹੜਾ ਹਿਲਾ ਦਿੰਦੀ ਸੀ। ਤੇ ਪਰ ਲੇਖਕ ਨੇ ਫਿਰ ਵੀ ਕਿਹਾ ਕਿ ਉਸਦਾ ਜਿਹੜਾ ਸਫ਼ਰ ਸੀ ਬੜਾ ਉਦਾਸੀ ਵਾਲਾ ਰਿਹਾ। ਫਿਰ ਲੇਖਕ ਅੱਗੇ ਦੱਸ ਰਿਹਾ ਕਿ ਜਦੋਂ ਜਹਾਜ਼ ਕੰਢੇ ਲੱਗਾ ਜਾਂ ਜਹਾਜ਼ ਜਦੋਂ ਆਪਣੀ ਮੰਜ਼ਿਲ 'ਤੇ ਪਹੁੰਚਿਆ, ਤੇ ਕਹਿੰਦਾ ਕਿ ਉੱਥੋਂ ਦੀ ਜਿਹੜੀ ਪੁਲਿਸ ਸੀ, ਉਹਨਾਂ ਨੇ ਜਦੋਂ ਉਸ ਦਾ ਸਾਰੇ ਕਾਗਜ਼ ਚੈੱਕ ਕੀਤੇ ਜਾਂ ਉਸ ਬਾਰੇ ਉਹਨੂੰ ਦੇਖਿਆ, ਤਾਂ ਉਹਨਾਂ ਨੂੰ ਇਹ ਲੱਗਾ ਕਿ ਇਹ ਵਿਦਿਆਰਥੀ ਨਹੀਂ ਹੈ, ਸਗੋਂ ਨੌਕਰੀ ਦੀ ਤਲਾਸ਼ ਵਿੱਚ ਜਾਂ ਰੁਜ਼ਗਾਰ ਲੱਭਣ ਵਾਸਤੇ ਕਿੱਥੇ ਮਜ਼ਦੂਰ ਆਇਆ ਹੈ। ਤੇ ਲੇਖਕ ਨੂੰ ਸਿਰ ਉਸਦੇ ਕੁਝ ਇੱਕ ਸਾਥੀ ਜਿਹੜੇ ਹੋਰ ਸੀ ਉਹਨਾਂ ਨੂੰ ਵੀ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਲੇਖਕ ਕਹਿੰਦਾ ਕਿ ਉੱਥੇ ਭਾਰਤੀਆਂ ਜੇਲ੍ਹਾਂ ਵਾਂਗੂ ਇਹ ਨਹੀਂ ਸੀ ਕਿ ਲੇਖਕ ਇੱਕ ਬੰਦੇ ਨੂੰ ਕੈਦ ਕਰਤਾ ਤੇ ਉਹਦਾ ਬੜਾ ਬੁਰਾ ਵਿਵਹਾਰ ਹੋਏਗਾ, ਪਰ ਬਹੁਤ ਚੰਗੀ ਤਰ੍ਹਾਂ ਕਹਿੰਦਾ ਉੱਥੇ ਰੱਖਿਆ ਗਿਆ। ਉੱਥੇ ਇੱਕ ਮੇਡ ਵੀ ਮਿਲੀ ਜਿਹੜੀ ਕਿ ਬਹੁਤ ਚੰਗੀ ਤਰ੍ਹਾਂ ਖਾਣ ਪੀਣ ਦਾ ਸਾਡਾ ਧਿਆਨ ਰੱਖ ਰਹੀ ਸੀ। ਕਹਿੰਦਾ ਫਿਰ 3 ਮੈਂਬਰਾਂ ਦੀ ਇੱਕ ਕਮੇਟੀ ਬਣੀ ਜਿਨ੍ਹਾਂ ਨੇ ਸਾਡੇ ਸਾਰੇ ਕਾਗਜ਼ ਚੈੱਕ ਕੀਤੇ, ਸਾਡੇ ਤੋਂ ਪੁੱਛਗਿੱਛ ਕੀਤੀ ਤੇ ਸਾਨੂੰ ਸਾਰੇ ਕਾਗਜ਼ ਚੈੱਕ ਔਰ ਪੁੱਛਗਿੱਛ ਕਰਨ ਤੋਂ ਬਾਅਦ ਸਾਨੂੰ ਜਿਹੜਾ ਕਿ ਰਿਹਾ ਕਰ ਦਿੱਤਾ ਵੀ, ਤੇ ਲੇਖਕ ਉੱਥੋਂ ਬਾਹਰ ਜਿਹੜਾ ਕਿ ਫ੍ਰੀ ਹੋ ਕੇ ਨਿਕਲ। ਫਿਰ ਲੇਖਕ ਅੱਗੇ ਦੱਸ ਰਿਹਾ ਕਿ ਉਹ ਮੌਂਟਰੀਅਲ ਸਟੇਸ਼ਨ ਉੱਤੇ ਗਿਆ, ਉੱਥੇ ਉਸਨੂੰ ਇੱਕ ਨੀਗਰੋ ਮਿਲਿਆ ਜਿਹੜਾ ਉਸਦੇ ਨਾਲ ਹੀ ਉਸਦਾ ਸਾਥੀ ਬਣ ਗਿਆ ਜਾਂ ਕਹਿ ਲਓ ਉਸਦਾ ਦੋਸਤ ਬਣ ਗਿਆ। ਬਾਹਰ ਜਾ ਕੇ ਕਈ ਵਾਰੀ ਤੁਸੀਂ ਇਕੱਲੇ ਸਫ਼ਰ 'ਤੇ ਜਾਓ ਤਾਂ ਕੋਈ ਨਾ ਕੋਈ ਤੁਹਾਡਾ ਉੱਥੇ ਦੋਸਤ ਬਣ ਜਾਂਦਾ ਹੈ। ਫਿਰ ਕਹਿੰਦਾ ਕਿ ਉਹ YMCA ਪਹੁੰਚੇ ਔਰ ਕਹਿੰਦਾ ਕਿ ਉਹਨਾਂ ਨੂੰ ਕਿਸੇ ਹੋਟਲ 'ਚ ਜਗ੍ਹਾ ਨਾ ਮਿਲੇ ਰਾਤ ਨੂੰ ਰਹਿਣ ਵਾਸਤੇ। ਜਿਹੜੇ ਲੋਕਾਂ ਨੇ ਆਪਣੇ ਘਰ 'ਚ ਹੀ ਪੇਇੰਗ ਗੈਸਟ ਜਾਂ ਗੈਸਟ ਵਾਸਤੇ ਕਮਰਾ ਰੱਖਿਆ ਹੁੰਦਾ ਜਿਹੜਾ ਕਿਰਾਏ 'ਤੇ ਦਿੰਦੇ, ਉਹ ਵੀ ਨਾ ਮਿਲਿਆ। ਮਹਿਮਾਨ ਰੱਖਣ ਵਾਲੇ ਘਰਾਂ 'ਚ ਵੀ ਕੁਝ ਨਹੀਂ ਮਿਲਦਾ ਪਿਆ। ਕਹਿੰਦਾ ਫਿਰ ਇੱਕ ਅੰਤ ਨੂੰ ਇੱਕ ਇਸਤਰੀ ਨੇ ਆਪਣੇ ਘਰ ਦਾ ਇੱਕ ਕਮਰਾ ਦਿੱਤਾ ਜਿੱਥੇ ਇੱਕ ਸਿੰਗਲ ਬੈੱਡ ਸੀ, ਪਰ ਅਸੀਂ ਕਹਿੰਦਾ ਦੋਵਾਂ ਨੇ, ਨੀਗਰੋ ਤੇ ਲੇਖਕ ਨੇ, ਕਹਿੰਦਾ ਸਿੰਗਲ ਬੈੱਡ ਵਾਲੇ ਕਮਰੇ ਵਿੱਚ ਅਸੀਂ ਰਾਤ ਗੁਜ਼ਾਰੀ, ਜਿਹੜੀ ਕਿ ਬੜੀ ਔਖੀ ਨਿਕਲੀ ਕਿਉਂਕਿ ਰਾਤ ਭਰ ਦੋਵੇਂ ਸੋ ਨਹੀਂ ਸਕੇ। ਔਰ ਜਿਹੜੀ ਔਰਤ ਸੀ ਜਿਹਨੇ ਕਮਰਾ ਦਿੱਤਾ ਉਸਨੇ ਵੀ ਸਿੰਗਲ ਬੈੱਡ ਵਾਲੇ ਕਮਰੇ ਦਾ ਵੀ ਡਬਲ ਬੈੱਡ ਵਾਲਾ ਕਹਿੰਦਾ ਕਿ ਉਹਨੇ ਸਾਡੇ ਤੋਂ।
ਅਗਲੇ ਦਿਨ ਲੇਖਕ ਕਹਿੰਦਾ ਉੱਠ ਕੇ ਉਹ ਪਾਰਕ ਵਿੱਚ ਕਿਤੇ ਲਾਗੇ ਚਾਗੇ ਕੋਈ ਪਾਰਕ ਸੀ ਉੱਥੇ ਜਾਂਦਾ ਹੈ। ਕਹਿੰਦਾ ਕਿ ਉੱਥੇ ਉਸਨਾਂ ਨੂੰ ਇੱਕ ਕੈਨੇਡੀਅਨ ਜੋੜਾ ਮਿਲਿਆ, ਕੈਨੇਡੀਅਨ ਹਸਬੈਂਡ ਵਾਈਫ ਕੋ ਮਿਲੇ। ਉਹਨਾਂ ਨੇ ਆਪਣੀ ਬੜੀ ਮੁਸ਼ਕਿਲਾਂ ਦੱਸੀਆਂ, ਕਿਸੇ ਤੇ ਸਾਨੂੰ ਪੈਸੇ ਦੀ ਬੜੀ ਦਿੱਕਤ ਆ ਰਹੀ, ਬੜੀ ਮੁਸ਼ਕਿਲਾਂ 'ਚ ਰਹਿ ਰਿਹਾ, ਪਰ ਲੇਖਕ ਆਪ ਬੜੀ ਮੁਸ਼ਕਿਲਾਂ ਵਿੱਚ ਸੀ। ਸੋ ਲੇਖਕ ਨੇ ਉਹਨਾਂ ਨੂੰ ਸਿਰਫ ਇੱਕ ਜਿਹੜਾ ਕਿ ਚਾਹ ਦਾ ਕੱਪ ਦੋਵਾਂ ਨੇ ਇੱਕ ਪਿਆ ਕੇ ਤੇ ਉੱਥੋਂ ਲੇਖਕ ਜਿਹੜਾ ਕਿ ਚਲਾ ਗਿਆ। ਅਗਲੇ ਦਿਨ ਲੇਖਕ ਕਹਿੰਦਾ ਕਿ ਮੈਂ ਟ੍ਰੇਨ ਰਾਹੀਂ ਜਿਹੜਾ ਕਿ ਐਨ ਆਰਬਰ ਪਹੁੰਚਿਆ, ਜਿੱਥੇ ਕਿ ਲੇਖਕ ਦੀ ਅਸਲ ਮੰਜ਼ਿਲ ਸੀ, ਉਹਨੇ ਉੱਥੇ ਪਹੁੰਚਣਾ ਸੀ, ਉਹ ਉੱਥੇ ਪਹੁੰਚੀ। ਸੋ ਜਦੋਂ ਕਈ ਵਾਰੀ ਹੁੰਦਾ ਨਾ ਬੇਗਾਨੇ ਸ਼ਹਿਰ ਵਿੱਚ ਚਲ ਜਾਓ ਜਾਂ ਬੇਗਾਨੀ ਨਗਰੀ 'ਚ ਚਲ ਜਾਓ ਜਿੱਥੇ ਤੁਹਾਨੂੰ ਕੋਈ ਜਾਣਦਾ ਨਾ ਹੋਏ, ਔਰ ਤੁਹਾਨੂੰ ਇੱਕ ਟਿਕਾਣੇ 'ਤੇ ਜਿੱਥੇ ਤੁਸੀਂ ਪਹੁੰਚਣਾ ਤੇ ਤੁਹਾਨੂੰ ਪਹੁੰਚ ਕੇ ਜਿਹੜੀ ਕਿ ਸ਼ਾਂਤੀ ਮਿਲਦੀ ਹੈ। ਸੋ ਲੇਖਕ ਅਗਲੇ ਦਿਨ ਐਨ ਆਰਬਰ ਸ਼ਹਿਰ ਜਿਹੜਾ ਕਿ ਪਹੁੰਚਿਆ, ਉੱਥੇ ਉਹ ਯੂਨੀਵਰਸਿਟੀ ਪਹੁੰਚਿਆ। ਯੂਨੀਵਰਸਿਟੀ ਦੇ ਹਾਲ ਵਿੱਚ ਜਾ ਕੇ ਉਹਨੂੰ ਬਿਠਾਇਆ। ਉੱਥੇ ਕਹਿੰਦੇ ਕਿ ਇੱਕ ਔਰਤ ਨੇ ਉਸਦਾ ਸਵਾਗਤ ਕੀਤਾ, ਉਸਨੂੰ ਗੁਲਦਸਤਾ ਜਿਹੜਾ ਕਿ ਭੇਟ ਕੀਤਾ। ਔਰ ਲੇਖਕ ਨੇ ਜਿਹਨੂੰ ਮਿਲਣਾ ਸੀ ਉਸ ਵਿਅਕਤੀ ਦਾ ਨਾਮ ਸੀ ਪ੍ਰੋਫੈਸਰ ਰਿਗਸ। ਪਹਿਲਾਂ ਪ੍ਰੋਫੈਸਰ ਰਿਗਸ ਦੇ ਉਹ ਪੀਏ ਦੇ ਕੋਲ ਜਾਂ ਸਕੱਤਰ ਦੇ ਕੋਲ ਗਿਆ, ਉੱਥੇ ਉਸਨੂੰ ਮਿਲਿਆ। ਉਸਨੂੰ ਥੋੜ੍ਹਾ ਸੁੱਖ ਦਾ ਸਾਹ ਆਇਆ ਕਿ ਮੈਂ ਜਿਹਨੂੰ ਮਿਲਣਾ ਉਸ ਕੋ ਆ ਕੇ ਗਿਆ ਹਾਂ। ਫਿਰ ਲੇਖਕ ਵੇਟ ਕਰਦਾ ਰਿਹਾ ਤੇ ਪ੍ਰੋਫੈਸਰ ਰਿਗਸ ਆਏ। ਪ੍ਰੋਫੈਸਰ ਰਿਗਸ ਨੂੰ ਵੇਖਦੇ ਲੇਖਕ ਕਹਿੰਦਾ ਮੈਂ ਆਪਣੇ ਸਾਰੇ ਦੁੱਖ ਦਰਦ ਭੁੱਲ ਗਿਆ। ਉਹਨੂੰ ਲੱਗਦਾ ਪਿਆ ਸੀ ਕਿ ਮੈਂ ਕਿੱਥੇ ਫਸ ਗਿਆ, ਪਤਾ ਨਹੀਂ ਮੈਨੂੰ ਜਿਹਨੂੰ ਮਿਲੂੰਗਾ ਕਿ ਨਹੀਂ ਮਿਲੂੰਗਾ। ਤਾਂ ਲੇਖਕ ਜਿਹੜਾ ਕਿ ਪ੍ਰੋਫੈਸਰ ਰਿਗਸ ਨੂੰ ਮਿਲਿਆ, ਉਹ ਲੇਖਕ ਨੂੰ ਬਹੁਤ ਚੰਗਾ ਲੱਗਾ। ਲੇਖਕ ਨੂੰ ਲੱਗਾ ਕਿ ਪ੍ਰੋਫੈਸਰ ਰਿਗਸ ਬਹੁਤ ਚੰਗੇ ਸੁਭਾਅ ਦਾ ਹੈ। ਸੋ ਦੂਸਰਾ ਕੁਐਸਚਨ ਇੱਥੇ ਹੀ ਆ ਜਾਂਦਾ ਹੈ ਕਿ ਪ੍ਰੋਫੈਸਰ ਰਿਗਸ ਦਾ ਸੁਭਾਅ ਕਿਹੋ ਜਿਹਾ ਹੈ। ਪ੍ਰੋਫੈਸਰ ਰਿਗਸ ਬਹੁਤ ਹਸਮੁਖ ਸੁਭਾਅ ਦਾ, ਮਿਲਣਸਾਰ ਸੁਭਾਅ ਦਾ, ਦੂਜਿਆਂ ਦੀ ਮਦਦ ਕਰਨ ਵਾਲਾ ਸੀ। ਸੋ ਪ੍ਰੋਫੈਸਰ ਜਿਹੜਾ ਰਿਗਸ ਸੀ ਲੇਖਕ ਨੂੰ ਯੂਨੀਅਨ ਦੇ ਹੋਸਟਲ ਵਿੱਚ ਜਿਹੜਾ ਕਿ ਲੈ ਗਿਆ। ਅਗਲੇ ਦਿਨ ਲੇਖਕ ਨੂੰ ਪ੍ਰੋਫੈਸਰ ਰਿਗਸ ਦੀ ਸਿਫਾਰਿਸ਼ ਨਾਲ ਇੱਕ ਕਿਸੇ ਫੈਮਿਲੀ ਦੇ ਵਿੱਚ ਇੱਕ ਰਿਹਾਇਸ਼ ਮਿਲ ਗਈ, ਜਿਵੇਂ ਪੇਇੰਗ ਗੈਸਟ ਹੁੰਦਾ, ਉੱਥੇ ਉਹਨਾਂ ਨੂੰ ਮਿਲ ਗਿਆ। ਅਤੇ ਕਹਿੰਦਾ ਕਿ ਉੱਥੇ ਜਦੋਂ ਮੈਂ ਯੂਨੀਵਰਸਿਟੀ ਵਿੱਚ ਗਿਆ ਅਤੇ ਉੱਥੇ ਜਿਹੜੇ ਕਹਿੰਦਾ ਕਿ ਮੇਰੇ ਹੀ ਹਮ ਵਤਨ ਸੀ ਵਿਦਿਆਰਥੀ ਜਿਹੜੇ ਉੱਥੇ ਪੜ੍ਹ ਰਹੇ ਸਨ, ਉਹਨਾਂ ਨੇ ਹੀ ਮੈਨੂੰ ਚੰਗੀ ਤਰ੍ਹਾਂ ਨਹੀਂ ਮਿਲੇ। ਉਹਨਾਂ ਨੇ ਹੀ ਮੇਰੇ ਨਾਲ ਥੋੜ੍ਹਾ ਭੇਦਭਾਵ ਰੱਖਿਆ, ਮੇਰੀ ਸਿੱਖੀ ਸ਼ਕਲ ਵੇਖ ਕੇ, ਮੇਰੀ ਪੱਗ, ਮੇਰੀ ਦਾੜੀ ਵੇਖ ਕੇ। ਕਹਿੰਦਾ ਮੇਰੇ ਹੀ ਹਮ ਵਤਨ ਜਿਹੜੇ ਵਿਦਿਆਰਥੀ ਉੱਥੇ ਹੋਰ ਪੜ੍ਹ ਰਹੇ ਸੀ, ਉਹਨਾਂ ਨੇ ਮੇਰੇ ਨਾਲ ਚੰਗਾ ਸਲੂਕ ਜਿਹੜਾ ਕਿ ਨਹੀਂ ਕੀਤਾ, ਔਰ ਮੈਨੂੰ ਬਹੁਤ ਚੀਜ਼ਾਂ ਬੁਰੀ ਲੱਗੀ। ਫਿਰ ਲੇਖਕ ਕਹਿ ਰਿਹਾ ਹੈ ਕਿ ਤੀਸਰੇ ਦਿਨ ਪ੍ਰੋਫੈਸਰ ਰਿਗਸ ਜਿਹੜਾ ਹੈ ਉਹਨੇ ਲੇਖਕ ਦੀ ਯੂਨੀਵਰਸਿਟੀ ਦੇ ਅਸੈਸਮੈਂਟਿੰਗ ਦਫ਼ਤਰ ਵਿੱਚ ਨੌਕਰੀ ਵੀ ਨਾਲ ਲਵਾ ਦਿੱਤੀ। ਹੌਲੀ ਹੌਲੀ ਕਹਿੰਦਾ ਕਿ ਮੇਰੇ ਜਿਹੜੇ ਹਮ ਵਤਨ ਸੀ ਉਹ ਮੇਰਾ ਆਦਰ ਕਰਨ ਲੱਗ ਪਏ, ਪਰ ਪਹਿਲਾਂ ਲੇਖਕ ਦੇ ਹੀ ਹਮ ਵਤਨ ਜਿਹੜੇ ਗਏ ਸੀ ਉਹਨਾਂ ਨੇ ਉਸਨੂੰ ਉਸਦੀ ਸਿੱਖੀ ਸ਼ਕਲ ਕਰਕੇ ਕਿਸੇ ਕਰਕੇ ਉਹਦੇ ਚੜਾ ਕਿ ਚੰਗਾ ਵਰਤੀਰਾ ਨਹੀਂ ਕੀਤਾ ਸੀ। ਫਿਰ ਅੱਗੇ ਦੱਸਦਾ ਲੇਖਕ ਕਿ ਐਨ ਆਰਬਰ ਇੱਕ ਯੂਨੀਵਰਸਿਟੀ ਸ਼ਹਿਰ ਹੈ। ਇੱਥੇ ਆਬਾਦੀ ਜਿਹੜੀ ਹੈ 40,000 ਦੀ ਹੈ। ਇੱਥੇ ਪੂਰਾ ਮਾਹੌਲ ਜਿਹੜਾ ਵਿਦਿਅਕ ਹੈ, ਪੜ੍ਹਾਈ ਵਾਲਾ ਹੈ। ਇੱਥੇ ਟ੍ਰੈਫਿਕ ਤੋਂ ਬਿਨਾਂ 2 ਕਾਂਸਟੇਬਲ ਹਨ। ਚੋਰੀ ਝਗੜੇ ਇੱਥੇ ਨਹੀਂ ਹੁੰਦੇ ਹਨ। ਔਰ ਯੂਨੀਵਰਸਿਟੀ ਦੇ 2 ਭਾਗ ਹਨ, ਯੂਨੀਵਰਸਿਟੀ ਨਿਜ਼ਾਮ ਔਰ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ। ਸੋ ਜਿਹੜੇ ਇਸ ਦੇ ਕੁਐਸਚਨ ਮੈਨੂੰ ਲੱਗਦਾ ਇੰਪੋਰਟੈਂਟ ਹੈ, ਬਾਕੀ ਤੁਸੀਂ ਸਾਰੇ ਕੁਐਸਚਨ ਪੜ੍ਹਿਆ ਕਰੋ, ਪਰ ਜਿਹੜੇ ਮੈਨੂੰ ਲੱਗਦਾ ਇੰਪੋਰਟੈਂਟ ਕੁਐਸਚਨ ਮੈਂ ਦੱਸ ਦਿੰਦੀ ਹਾਂ ਕਿ ਮੌਂਟਰੀਅਲ ਵਿੱਚ ਲੇਖਕ ਤੇ ਨੀਗਰੋ ਦੁਆਰਾ ਰਾਤ ਕੱਟਣ ਦਾ ਹਾਲ ਕੀ ਸੀ। ਲੇਖਕ ਤੇ ਨੀਗਰੋ ਨੂੰ YMCA ਵਿੱਚ ਕਿਤੇ ਜਗ੍ਹਾ ਨਹੀਂ ਮਿਲਦੀ ਪਈ ਸੀ। ਫਿਰ ਇੱਕ ਔਰਤ ਨੇ ਉਹਨਾਂ ਨੂੰ ਸਿੰਗਲ ਬੈੱਡ ਵਾਲਾ ਜਿਹੜਾ ਕਮਰਾ ਸੀ ਡਬਲ ਕਿਰਾਏ 'ਤੇ ਦਿੱਤਾ, ਔਰ ਦੋਨੋਂ ਸਾਰੀ ਰਾਤ ਮੁਸ਼ਕਿਲ ਸੇ ਰਹੇ, ਸੋ ਨਹੀਂ ਸਕੇ ਸੀ। ਅਗਲਾ ਹੈ ਪ੍ਰੋਫੈਸਰ ਰਿਗਸ ਨਾਲ ਮੁਲਾਕਾਤ ਸਮੇਂ ਲੇਖਕ ਉੱਪਰ ਉਹਨਾਂ ਦਾ ਕੀ ਪ੍ਰਭਾਵ ਪਿਆ। ਲੇਖਕ ਨੇ ਪ੍ਰੋਫੈਸਰ ਰਿਗਸ ਦਾ ਮੂੰਹ ਜਿਹੜਾ ਸੀ ਬੜਾ ਕੋਮਲ ਜਿਹਾ ਲੱਗਾ। ਉਸ ਨੂੰ ਵੇਖ ਕੇ ਰਿਗਸ ਨੂੰ ਮਿਲ ਕੇ ਸਾਰੇ ਆਪਣੇ ਦੁੱਖ ਭੁੱਲ ਗਿਆ। ਉਸ ਨੂੰ ਲੱਗਾ ਕਿ ਜੋ ਪ੍ਰੋਫੈਸਰ ਰਿਗਸ ਹੈ ਬਹੁਤ ਹੀ ਅੱਛਾ ਅਤੇ ਮਦਦ ਕਰਨ ਵਾਲਾ ਹੈ ਵਿਅਕਤੀ ਹੈ। ਅਗਲਾ ਤੀਸਰਾ ਕੁਐਸਚਨ ਜਿਹੜਾ ਵੈਰੀ ਇੰਪੋਰਟੈਂਟ ਹੈ, ਯੂਨੀਵਰਸਿਟੀ ਸ਼ਹਿਰ ਜਾਂ ਐਨ ਆਰਬਰ ਸ਼ਹਿਰ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ। ਐਨ ਆਰਬਰ ਯੂਨੀਵਰਸਿਟੀ ਸ਼ਹਿਰ ਹੈ। ਆਬਾਦੀ 40,000 ਦੀ ਹੈ। ਇੱਥੇ ਚੋਰੀਆਂ ਜਾਂ ਇੰਜ ਦੇ ਜਿਸ ਤਰ੍ਹਾਂ ਸੇ ਗਲਤ ਕੰਮ ਇੱਥੇ 'ਚ ਕੁਛ ਵੀ ਨਹੀਂ ਹੁੰਦੇ ਹੈਗੇ। ਇੱਥੇ ਪੂਰਾ ਵਿਦਿਅਕ ਵਾਤਾਵਰਨ ਹੈ। ਟ੍ਰੈਫਿਕ ਪ੍ਰਬੰਧ ਤੋਂ ਬਿਨਾਂ 2 ਕਾਂਸਟੇਬਲ ਹਨ। ਔਰ ਇਸ ਯੂਨੀਵਰਸਿਟੀ ਦੇ 2 ਭਾਗ ਹਨ, ਯੂਨੀਵਰਸਿਟੀ ਨਿਜ਼ਾਮ ਔਰ ਵਿਦਿਆਰਥੀ ਯੂਨੀਅਨ। ਠੀਕ ਹੈ। ਫਿਰ ਲੇਖਕ ਤੇ ਇਸ ਚੈਪਟਰ 'ਚ ਜਿਹੜਾ ਇੱਕ ਹੋਰ ਕੁਐਸਚਨ ਆ ਸਕਦਾ ਹੈ ਕਿ ਜਦੋਂ ਲੇਖਕ ਸਮੁੰਦਰੀ ਜਹਾਜ਼ ਦੀ ਯਾਤਰਾ ਕਰ ਰਿਹਾ ਸੀ ਤਾਂ ਲੋਕ ਜਿਹੜੇ ਸੀ ਉਹ ਯੂਰਪੀ ਲੋਕ ਸੀ, ਉਹਦਾ ਕਿਸ ਚੀਜ਼ ਦਾ ਮਖੌਲ ਉਡਾ ਰਹੇ ਸਨ, ਉਸਦੀ ਦਾੜੀ ਅਤੇ ਉਸਦਾ ਸਿੱਖੀ ਜਿਹੜਾ ਸ਼ਕਲ ਉਸ ਨੂੰ ਵੇਖ ਕੇ। ਇੱਕ ਕੁਐਸਚਨ ਹੈ, ਇੱਕ ਆਦਮੀ ਨੇ ਲੇਖਕ ਦੀ ਪੱਗ ਨੂੰ ਕੀ ਕਿਹਾ ਸੀ, ਗੰਢ ਕਿਹਾ ਸੀ। ਠੀਕ ਹੈ। ਲੇਖਕ ਦੀ ਯਾਤਰਾ ਦੇ ਸਮੇਂ ਲੇਖਕ ਦੀ ਸੁੱਖ ਦੁੱਖ ਦੀ ਸਾਥਣ ਕੌਣ ਸੀ, ਉਸਦੀ ਕਿਤਾਬ ਸੀ। ਉਸਨੇ ਉਸਨੂੰ ਬਹੁਤ ਜ਼ਿਆਦਾ ਜਿਹੜੀ ਕਿ ਸਾਥ ਦੇ। ਲਾਸਟ ਕੁਐਸਚਨ ਜਿਹੜਾ ਮੈਨੂੰ ਲੱਗਦਾ ਇੰਪੋਰਟੈਂਟ ਹੈ ਕਿ ਯੂਨੀਵਰਸਿਟੀ ਸ਼ਹਿਰ ਕਿਹੜਾ ਹੈ, ਐਨ ਆਰਬਰ। ਸੋ ਇਹ ਸੀ ਚੈਪਟਰ ਸੱਭਿਅਤਾ ਦੇ 2 ਪੱਧਰ। ਹਜੇ ਵੀ ਜੇ ਕੋਈ ਚੀਜ਼ ਰਹਿੰਦੀ ਹੈ, ਆਪਣੇ ਕੋਲ ਰਾਤ ਪੂਰੀ ਹੈ, ਕੱਲ੍ਹ ਦੁਪਹਿਰੇ 12:30 ਪੇਪਰ ਸ਼ੁਰੂ ਹੋਣਾ ਹੈ। ਜੇ ਫਿਰ ਵੀ ਹਜੇ ਕੋਈ ਕੁਐਸਚਨ ਜਾਂ ਕੁਐਰੀ ਰਹਿੰਦੀ ਹੈ, WhatsApp ਕਰ ਦਿਓ, YouTube 'ਤੇ ਪਾ ਦਿਓ, ਕੁਛ ਵੀ ਕਰ ਦਿਓ। ਮੇਰੀ ਕੋਸ਼ਿਸ਼ ਪੂਰੀ ਰਹੇਗੀ ਕਿ ਤੁਹਾਡੇ ਹਰ ਕੁਐਸਚਨ ਦਾ ਜਿਹੜਾ ਆਨਸਰ ਦੇ ਸਕਾਂ, ਬਟ ਫੀਡਬੈਕ ਤੁਹਾਡਾ ਮੈਨੂੰ ਬਹੁਤ ਜ਼ਰੂਰੀ ਚਾਹੀਦਾ ਹੈ। ਧੰਨਵਾਦ। ਬੈਸਟ ਵਿਸ਼ੇਜ਼।